ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਘੈਂਟ ਪੰਜਾਬ ਦੇ ਵਿੱਚ। ਸਾਡੇ ਸਟੂਡੀਓ ਦੇ ਵਿੱਚ ਅੱਜ ਜਿਹੜੇ ਸ਼ਖਸੀਅਤ ਮੌਜੂਦ ਹਨ ਉਹ ਸਿਆਸਤ ਦੇ ਖੇਤਰ ਦੀ ਦੌੜ ਤਾਂ ਹਮੇਸ਼ਾ ਤੋਂ ਹੀ ਜਿੱਤਦੇ ਆਏ ਹਨ, ਪਰ ਨਾਲ ਹੀ ਉਹ ਮੋਹਰੀ ਰਹੇ ਹਨ ਸਮਾਜਿਕ ਕੰਮਾਂ-ਕਾਰਾਂ ਦੇ ਵਿੱਚ। ਜੀ ਬਿਲਕੁਲ, ਮੈਂ ਗੱਲ ਕਰ ਰਹੀ ਹਾਂ ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਅਤੇ ਨਾਲ ਹੀ 69 ਸੈਕਟਰ ਮੋਹਾਲੀ ਦੇ MC ਕਾਉਂਸਲਰ ਸਰਦਾਰ ਸਤਵੀਰ ਸਿੰਘ ਧਨੋਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਥੈਂਕ ਯੂ। ਸੋ ਸਰ, ਅਸੀਂ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਾਂਗੇ ਉਹ ਇਸ ਕੁਐਸਚਨ ਦੇ ਨਾਲ ਕਰਾਂਗੇ ਕਿ ਜਿਹੜਾ ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ 5 ਜੂਨ ਨੂੰ। ਸੋ ਇਸ ਥੋੜ੍ਹਾ ਜਿਹਾ ਇਸ ਬਲੱਡ ਡੋਨੇਸ਼ਨ ਕੈਂਪ ਦੇ ਬਾਰੇ ਦੱਸੋ ਤੇ ਨਾਲ ਹੀ ਸਾਨੂੰ ਇਹ ਦੱਸੋ ਕਿ ਕੋਵਿਡ ਦੇ ਚੱਲਦਿਆਂ ਹੋਇਆਂ ਤੁਸੀਂ ਕਿਹੜੀਆਂ ਜਿਹੜੀਆਂ ਸਾਵਧਾਨੀਆਂ ਵਰਤੋਗੇ। ਦੇਖੋ ਜੀ, ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਸਾਲ ਵਿੱਚ 2 ਕੈਂਪ ਲਗਾਉਂਦੀ ਆ ਰਹੀ ਹੈ, ਬਲੱਡ ਡੋਨੇਸ਼ਨ ਕੈਂਪ ਜੀ। ਇਸੇ ਲੜੀ ਦੇ ਤਹਿਤ ਹੁਣ ਪਿਛਲੇ ਕੁਝ ਸਮੇਂ ਤੋਂ ਕੋਵਿਡ ਦੀ ਬੜੀ ਤਿੱਖੀ ਲਹਿਰ ਚੱਲ ਰਹੀ ਹੈ, ਇਸ ਕਰਕੇ ਅਸੀਂ ਕੈਂਪ ਨਹੀਂ ਲਗਾ ਸਕੇ ਸੀ। ਪਰ ਸਾਨੂੰ ਪਿੱਛੇ ਥੋੜ੍ਹੇ ਦਿਨ ਪਹਿਲਾਂ PGI ਬਲੱਡ ਬੈਂਕ ਵਾਲਿਆਂ ਨੇ ਅਪਰੋਚ ਕੀਤਾ ਕਿ ਉੱਥੇ ਬਲੱਡ ਬੈਂਕ ਦੇ ਵਿੱਚ ਖੂਨ ਦੀ ਕਾਫੀ ਕਮੀ ਹੈ, ਕਿਉਂਕਿ ਕਰੋਨਾ ਕਾਲ ਦੇ ਵਿੱਚ ਜਿਹੜੇ ਬਾਕੀ ਮਰੀਜ਼ ਨੇ, ਕੋਈ ਕੈਂਸਰ ਮਰੀਜ਼ ਹੈ, ਕੋਈ ਹਾਰਟ ਦਾ ਪੇਸ਼ੈਂਟ ਹੈ, ਉਹਨਾਂ ਦੇ ਆਪਰੇਸ਼ਨ ਤਾਂ ਫਿਰ ਹੁੰਦੇ ਨੇ, ਉਹਨਾਂ ਨੂੰ ਬਲੱਡ ਦੀ ਲੋੜ ਰਹਿੰਦੀ ਆ। ਇਸ ਕਰਕੇ ਉਹਨਾਂ ਨੇ ਅਪਰੋਚ ਕੀਤੀ ਬਲੱਡ ਬੈਂਕ ਤੋਂ ਤੇ ਅਸੀਂ ਫਿਰ ਡਿਸੀਜਨ ਲਿਆ ਵੀ ਇਹ 5 ਜੂਨ ਨੂੰ ਕੈਂਪ ਲਗਾਇਆ ਜਾਵੇ ਜੀ। ਤੇ ਨਾਲ ਦੂਜੀ ਸਮੱਸਿਆ ਸਾਡੇ ਲਈ ਇਹ ਵੀ ਹੈਗੀ ਆ ਵੀ ਕੋਵਿਡ ਦਾ ਜਿਹੜੇ ਪ੍ਰੋਟੋਕੋਲ ਆ, ਜਿਹੜੇ ਲੋਕਾਂ ਲਈ ਕੋਵਿਡ ਤੋਂ ਕਿਵੇਂ ਬਚਣਾ, ਕਿਵੇਂ ਸਾਵਧਾਨੀਆਂ ਵਰਤਣੀਆਂ, ਉਹ ਵੀ ਅਸੀਂ ਪੂਰਾ ਉਸ ਨੂੰ ਮੰਦੇ ਨਜ਼ਰ ਧਿਆਨ 'ਚ ਰੱਖ ਰਹੇ ਹਾਂ। ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੋ ਚੁੱਕੀ ਆ, ਉਹ ਅਸੀਂ ਪੂਰਾ ਰੱਖਾਂਗੇ ਜੀ। ਸਾਡੀ ਇੱਕ ਵੱਖਰੀ ਨੌਜਵਾਨਾਂ ਦੀ ਟੀਮ ਹੋਏਗੀ ਜਿਹੜੀ ਉਹ ਸਾਰੇ ਕੈਂਪ ਦੇ ਦੌਰਾਨ ਇਹ ਦੇਖੇਗੀ ਕਿਤੇ ਕੋਵਿਡ ਦੇ ਪ੍ਰੋਟੋਕੋਲ ਹੈ ਜਿਹੜਾ ਇਗਨੋਰ ਤੇ ਨਹੀਂ ਹੋ ਰਿਹਾ ਜੀ। ਲੋਕ ਜਿਹੜੇ ਆ ਰਹੇ ਨੇ, ਡੋਨਰ ਆ ਰਹੇ ਨੇ, ਪੂਰੇ ਮਾਸਕ ਪਹਿਨ ਕੇ, ਸੈਨੀਟਾਈਜ਼ ਪ੍ਰੋਪਰ ਸਾਰਾ ਕੁਝ ਹੋ ਰਿਹਾ, ਇਸ ਦਾ ਅਸੀਂ ਪੂਰਾ ਧਿਆਨ ਰੱਖਾਂਗੇ ਜੀ। ਸੋ ਸਰ, ਜਿਹੜਾ ਇਹ ਕੈਂਪ ਹੈ ਬਲੱਡ ਡੋਨੇਸ਼ਨ ਕੈਂਪ, ਇਹ 23ਵਾਂ ਕੈਂਪ ਜਿਹੜਾ ਹੈਗਾ। ਬਿਲਕੁਲ ਜੀ, ਬਿਲਕੁਲ। ਤੇ ਇਟ ਮੀਨ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹੋ। ਸੋ ਜਿਹੜਾ ਇਹਦੇ ਵਿੱਚ ਤੁਸੀਂ ਮਤਲਬ ਜਿਹੜੀ ਤੁਹਾਡੀ ਸੁਸਾਇਟੀ ਹੈ ਇਸ ਬਲੱਡ ਡੋਨੇਸ਼ਨ ਕੈਂਪ ਲਗਾਉਣ ਤੋਂ ਇਲਾਵਾ ਹੋਰ ਕਿਹੜੇ ਸਮਾਜਿਕ ਕੰਮਕਾਜ ਕਰਦੀ ਹੈ? ਦੇਖੋ, ਸਾਡੀ ਜਿਹੜੀ ਇਹ ਸੁਸਾਇਟੀ ਹੈ, ਜੇ ਮੈਂ ਥੋੜ੍ਹਾ ਜਿਹਾ ਪਿਛੋਕੜ ਦੀ ਗੱਲ ਕਰਾਂ, ਇਹ 2005 ਦੇ ਵਿੱਚ ਹੋਂਦ ਆਈ ਸੀ। ਮੋਹਾਲੀ ਸ਼ਹਿਰ ਪਲੱਸ ਲਾਗੇ ਜਿਹੜੇ ਪਿੰਡ ਨੇ ਉਹਨਾਂ ਤੋਂ ਨੌਜਵਾਨਾਂ ਨੇ ਇਹ ਬੀੜਾ ਚੁੱਕਿਆ ਸੀਗਾ ਵੀ ਕਿਵੇਂ ਨਾ ਕਿਵੇਂ ਸਮਾਜ ਦੇ ਲਈ ਕੰਮ ਕੀਤਾ ਜਾਵੇ, ਕਿਉਂਕਿ ਸਾਰਿਆਂ ਨੇ ਫੀਲ ਕੀਤਾ, ਅਸੀਂ ਵੀ ਕਰਦੇ ਸੀਗੇ ਕਿ ਆਪਣੇ ਲਈ ਤਾਂ ਸਾਰੇ ਕੰਮ ਕਰਦੇ ਨੇ, ਆਪਣੇ ਪਰਿਵਾਰ ਲਈ ਵੀ ਸਾਰੇ ਕੰਮ ਕਰਦੇ ਨੇ, ਵੀ ਜਿਹੜਾ ਕੰਮ ਕਿਸੇ ਲਈ ਕੀਤਾ ਜਾਵੇ ਉਹ ਅਸੀਂ ਉਦੋਂ ਤੋਂ ਹੀ ਇਹਦੇ ਵਿੱਚ ਪਏ ਹੋਏ ਹਾਂ ਜੀ। ਸਾਡਾ ਇਹ 23ਵਾਂ ਬਲੱਡ ਡੋਨੇਸ਼ਨ ਕੈਂਪ ਹੈ। ਤਕਰੀਬਨ 10,000 ਤੋਂ ਉੱਤੇ ਬਲੱਡ ਯੂਨਿਟ ਇਹ ਸੁਸਾਇਟੀ ਇਕੱਠੇ ਕਰਕੇ PGI ਬਲੱਡ ਬੈਂਕ ਨੂੰ ਤੇ ਹੋਰ ਬਲੱਡ ਬੈਂਕਸ ਨੂੰ ਦੇ ਚੁੱਕੀ ਆ। ਤੇ ਸਾਡਾ ਬਲੱਡ ਦੇ ਖੇਤਰ ਦੇ ਵਿੱਚ ਇੱਕ ਹੋਰ ਸਾਡਾ ਦਾਅਵਾ ਹੈ, ਜਾਂ ਅਸੀਂ ਕਈ ਸਾਲਾਂ ਤੋਂ ਇਹ ਅਨਾਉਂਸ ਕਰ ਰੱਖਿਆ ਵੀ ਟਰਾਈ ਸਿਟੀ ਦੇ ਵਿੱਚ ਕਿਸੇ ਨੂੰ ਵੀ ਐਮਰਜੈਂਸੀ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਆ ਤਾਂ ਉਹ ਸਾਨੂੰ ਬੇਝਿਜਕ ਫੋਨ ਕਰ ਸਕਦੇ ਨੇ। ਸਾਡੇ ਵਲੰਟੀਅਰ ਬਿਨਾਂ ਕਿਸੇ ਸਵਾਰਥ ਦੇ ਉਸੇ ਹਸਪਤਾਲ 'ਚ ਜਾ ਕੇ ਬਿਨਾਂ ਕਿਸੇ ਜਾਣ ਪਛਾਣ ਤੋਂ ਬਲੱਡ ਦੇ ਕੇ ਆਉਂਦੇ ਨੇ ਜੀ। ਆਪ ਜਾਂਦੇ ਨੇ, ਕੋਈ ਕਿਸੇ ਨੂੰ ਖੇਚਲ ਨਹੀਂ ਦਿੰਦੇ। ਵਲੰਟੀਅਰ ਸਾਡੇ ਹਮੇਸ਼ਾ ਤਿਆਰ ਰਹਿੰਦੇ, ਕਿਉਂਕਿ ਸਾਡੇ ਨਾਲ ਇੱਕ ਨੌਜਵਾਨਾਂ ਦੀ ਵੱਡੀ ਡੈਡੀਕੇਟਡ ਟੀਮ ਹੈ ਜਿਹੜੇ ਉਤਾਵਲੇ ਰਹਿੰਦੇ ਨੇ ਸੇਵਾ ਦੇ ਖੇਤਰ 'ਚ ਕੰਮ ਕਰਨ ਲਈ। ਸਰ, ਇਹ ਇੱਕ ਬਹੁਤ ਵਧੀਆ ਜਿਹੜਾ ਤੁਸੀਂ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਹੜੀ ਇਹ ਤੁਹਾਨੂੰ ਪ੍ਰੇਰਨਾ ਹੈ ਸਭ ਤੋਂ ਪਹਿਲਾਂ ਕਿੱਥੋਂ ਮਿਲੀ ਕਿ ਜਿਹੜਾ ਇਹ ਤੁਸੀਂ ਸੁਸਾਇਟੀ ਬਣਾਈ ਹੈ ਪੰਜਾਬੀ ਵਿਰਸਾ ਸੱਭਿਆਚਾਰ ਦੀ, ਇਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ? ਆਪਣੇ ਪੇਰੈਂਟਸ ਤੋਂ ਮਿਲੀ ਜਾਂ ਫਿਰ ਕਿਸੇ ਹੋਰ ਦੂਜੀ ਸੁਸਾਇਟੀ ਨੂੰ ਵੇਖਦੇ ਹੋਏ ਤੁਸੀਂ ਇਹਦੀ ਸ਼ੁਰੂਆਤ ਕੀਤੀ? ਦੇਖੋ, ਬੇਸਿਕਲੀ ਜੋ ਮੈਂ ਸਮਝਦਾ ਇਹ ਪ੍ਰੇਰਨਾ ਤਾਂ ਦੇਖੋ ਜਿਹੜੀ ਸਾਡੀ ਸਾਰੀ ਟੀਮ ਹੈ ਉਹਨਾਂ ਦਾ ਰੋਲ ਹੈਗਾ ਵਿੱਚ, ਪਰ ਬੇਸਿਕਲੀ ਜੇ ਮੈਂ ਆਪਣੀ ਗੱਲ ਕਰਾਂ ਤਾਂ ਸ਼ਾਇਦ ਮੈਨੂੰ ਆਪਣੀ ਮਾਂ ਤੋਂ ਥੋੜ੍ਹਾ ਬਹੁਤ ਪ੍ਰੇਰਨਾ, ਜਦੋਂ ਅਸੀਂ ਛੋਟੀ ਉਮਰ 'ਚ ਸੀਗੇ ਉਹਨਾਂ ਤੋਂ ਸ਼ਾਇਦ ਇਹ ਮਿਲੀ ਹੋਈ ਹੈ, ਜੋ ਉਹ ਪ੍ਰੇਰਨਾ ਹੀ ਅੱਗੇ ਜਾ ਕੇ
ਇਸ ਰੂਪ ਦੇ ਵਿੱਚ ਹੁਣ ਸਾਹਮਣੇ ਆਈ ਆ। ਕਿਉਂਕਿ ਮੈਂ ਤੁਹਾਨੂੰ ਹੋਰ ਦੱਸਦਾ ਕਿ ਬਲੱਡ ਡੋਨੇਸ਼ਨ ਦੇ ਖੇਤਰ ਦੇ ਨਾਲ ਨਾਲ ਅਸੀਂ ਕੈਂਸਰ ਕੇਅਰ ਦੇ ਲਈ ਵੀ ਬੜਾ ਕੰਮ ਕੀਤਾ। ਓਕੇ। ਅਸੀਂ ਕੈਂਸਰ ਦੀ ਅਵੇਅਰਨੈਸ ਲਈ ਬੜੇ ਕੈਂਪ ਲਗਵਾਏ ਨੇ, ਫ੍ਰੀ ਟੈਸਟ ਕੀਤੇ ਨੇ, ਪੇਸ਼ੈਂਟ ਨੂੰ ਲਿਆ ਕੇ ਘਰੋਂ ਅਸੀਂ ਟੈਸਟ ਕਰਾਉਂਦੇ ਰਹੇ ਹਾਂ ਜੀ, ਤੇ ਉਹਨਾਂ ਦੀਆਂ ਰਿਪੋਰਟਾਂ ਅਸੀਂ ਘਰੇ ਪਹੁੰਚਾਉਂਦੇ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਉਹਨਾਂ ਦਾ ਹੈਲਪ ਕਰਦੇ ਰਹੇ ਹਾਂ ਅੱਗੇ ਇਲਾਜ ਲਈ ਵੀ। ਮੇਰਾ ਖਿਆਲ ਹੈ ਵੀ ਹੁਣ ਜਦੋਂ ਤੋਂ ਪਿਛਲੇ ਸਾਲਾਂ ਤੋਂ ਨਾ ਇਹ ਜਦੋਂ ਕਰੋਨਾ ਸ਼ੁਰੂ ਹੋਇਆ ਅਸੀਂ ਕੈਂਸਰ ਕੇਅਰ ਕੈਂਪ ਨਹੀਂ ਲਗਵਾ ਸਕੇ। ਇਸ ਇਲਾਕੇ ਦੇ ਲੋਕ ਸਾਨੂੰ ਬਾਰ-ਬਾਰ ਹੁਣ ਵੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ, ਬਾਹਰ ਜਾ ਕੇ ਇਲਾਜ ਨਹੀਂ ਕਰਾ ਸਕਦੇ, ਟੈਸਟ ਨਹੀਂ ਕਰਾ ਸਕਦੇ, ਉਹ ਸਾਨੂੰ ਹੁਣ ਵੀ ਫੋਨ ਆਉਂਦੇ ਨੇ ਵੀ ਤੁਸੀਂ ਕਦੋਂ ਕੈਂਪ ਲਗਵਾ ਰਹੇ ਹੋ, ਕਦੋਂ ਫ੍ਰੀ ਟੈਸਟ ਕਰਵਾ ਰਹੇ ਹੋ। ਅਸੀਂ ਆ ਕਰੋਨਾ ਕਾਲ ਤੋਂ ਅਜੇ ਇਕੱਠ ਨਹੀਂ ਕਰ ਸਕਦੇ, ਉਹਦੇ ਕਰਕੇ ਅਸੀਂ ਰੁਕੇ ਹੋਏ ਹਾਂ। ਇਸ ਤਰ੍ਹਾਂ ਹੀ ਅਸੀਂ, ਮੇਰਾ ਖਿਆਲ ਹੈ ਸਮਾਜਿਕ ਖੇਤਰ ਦਾ ਕੋਈ ਫੀਲਡ ਨਹੀਂ ਹੋਏਗਾ ਜਿੱਥੇ ਇਸ ਸੁਸਾਇਟੀ ਨੇ ਕੰਮ ਨਾ ਕੀਤਾ ਹੋਵੇ। ਵਿੱਦਿਆ ਤੇ ਸਿਹਤ ਦੇ ਖੇਤਰ 'ਚ ਬਹੁਤ ਕੰਮ ਸੁਸਾਇਟੀ ਨੇ ਕੀਤਾ ਤੇ ਕਰ ਰਹੀ ਹੈ ਤੇ ਅੱਗੇ ਸਾਡੇ ਟੀਚੇ ਬੜੇ ਉੱਚੇ ਨੇ। ਪਰਮਾਤਮਾ ਕਰੇ ਵੀ ਅਸੀਂ ਉਹ 'ਚ ਕਾਮਯਾਬ ਹੋਈਏ। ਹੈਲਥ ਪਲੱਸ ਐਜੂਕੇਸ਼ਨ ਦੇ ਵਿੱਚ ਵੀ ਸੁਸਾਇਟੀ ਨੇ ਜੋ ਆਰਥਿਕ ਪੱਖੋਂ ਕਮਜ਼ੋਰ ਬੱਚੇ ਨੇ, ਕੋਈ ਫੀਸਾਂ ਨਹੀਂ ਦੇ ਸਕਦੇ, ਕੋਈ ਹੋਰ ਕਿਸੇ ਪਾਸਿਓਂ ਕਮਜ਼ੋਰ ਰਹਿ ਜਾਂਦੇ ਨੇ, ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਨਹੀਂ ਸਕੂਲ ਭੇਜ ਸਕਦੇ, ਅਸੀਂ ਉਹਨਾਂ ਦੀ ਜੀ ਮਦਦ ਕਰਦੇ ਹਾਂ। ਸਰ, ਇਹ ਤੇ ਹੋ ਗਈ ਤੁਹਾਡੀ ਸਮਾਜਿਕ ਕੰਮਾਂ ਕਾਰਾਂ ਦੀ ਗੱਲ, ਤੇ ਨਾਲ ਹੀ ਨਾਲ ਤੁਹਾਡਾ ਜਿਹੜਾ ਹੈਗਾ ਹੈ ਨਾਲ ਹੀ ਨਾਲ ਸਿਆਸਤ ਦੀ ਗੱਲ ਆਪਾਂ ਕਰੀਏ ਜੇ ਤੁਸੀਂ ਹੁਣੇ ਜਿਹੜੀ ਤੁਹਾਡੇ ਪਰਿਵਾਰ ਨੂੰ ਇੱਕ ਜਿੱਤ ਜਿਹੜੀ ਹੈ ਦੂਜੀ ਵਾਰੀ ਪ੍ਰਾਪਤ ਹੋਈ ਹੈ, CM ਕਾਉਂਸਲਰ ਦੀ ਜਿਹੜੀ ਸੀਟ ਮਿਲੀ ਹੈ ਤੁਹਾਡੇ ਪਰਿਵਾਰ ਦੇ ਵਿੱਚ ਆਈ ਹੈ। ਠੀਕ ਹੈ ਜੀ। ਸੋ ਕਿਤੇ ਨਾ ਕਿਤੇ ਜਿਹੜੀ ਇਹ ਸਿਆਸਤ ਹੈ ਤੁਹਾਡੇ ਸਮਾਜਿਕ ਕੰਮਾਂ ਦੇ ਨਾਲ ਕਿਤੇ ਨਾ ਕਿਤੇ ਉਹਦੇ ਤੇ ਪ੍ਰਭਾਵ ਪੈਂਦਾ ਹੈ, ਜਾਂ ਦੋਨੋਂ ਚੀਜ਼ਾਂ ਅਲੱਗ-ਅਲੱਗ ਚੱਲ ਰਹੀਆਂ ਨੇ, ਸਿਆਸਤ ਅਲੱਗ ਤੇ ਸਮਾਜਿਕ ਕੰਮਕਾਜ ਅਲੱਗ ਚੱਲ ਰਹੇ ਨੇ? ਦੇਖੋ, ਇਹ ਧੁਰੇ ਤਾਂ ਦੋ ਵੱਖੋ ਵੱਖਰੇ ਨੇ ਜੀ, ਬਿਲਕੁਲ। ਪਰ ਜਿਹੜੇ ਸਮਾਜਿਕ ਕੰਮ ਨੇ ਇਹਨਾਂ ਦਾ ਸਾਨੂੰ ਸਿਆਸਤ ਦੇ ਵਿੱਚ ਵੀ ਕਾਫੀ ਮਤਲਬ ਇਹਨਾਂ ਦਾ ਨਾ ਸਾਨੂੰ ਲਾਭ ਹੋਇਆ, ਕਿਉਂਕਿ ਲੋਕ ਬੜੇ ਅਵੇਅਰ ਹੋ ਗਏ। ਲੋਕ ਹੁਣ ਉੱਦਾਂ ਦੇ ਨਹੀਂ ਰਹੇ ਵੀ ਦੇਖਦੇ ਨੇ ਵੀ ਕਿਹੜਾ ਬੰਦਾ ਕੀ ਕੰਮ ਕਰਦਾ, ਕਿਹਦੀ ਸੋਚ ਕੀ ਹੈ, ਤੇ ਉਹਦੇ ਹਿਸਾਬ ਨਾਲ ਹੀ ਹੁਣ ਜਿਵੇਂ ਆਹ 2015 ਦੇ ਵਿੱਚ ਮੈਂ ਕਾਉਂਸਲਰ ਬਣਿਆ ਸੀਗਾ ਜੀ, ਵਾਰਡ ਨੰਬਰ 23 ਤੋਂ। ਹੁਣ ਸਾਡੀ ਸੀਟ ਇਸ ਵਾਰੀ ਲੇਡੀਜ਼ ਲਈ ਰਿਜ਼ਰਵ ਹੋ ਗਈ, ਮੇਰੇ ਵਾਈਫ ਬਣੇ ਨੇ, ਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਹੈ ਵੀ ਜਿਹੜੀ ਇਲੈਕਸ਼ਨ ਹੋ ਕੇ ਹਟੀ ਆ ਫਰਵਰੀ ਦੇ ਵਿੱਚ, ਮੋਹਾਲੀ ਦੇ ਵਿੱਚ ਸਾਰੇ ਸ਼ਹਿਰ 'ਚ ਇੱਕੋ ਇੱਕ ਸੀਟ ਇਹੀ ਜੀ ਇੱਦਾਂ ਦੀ ਸੀਗੀ ਵੀ ਜਿਹੜੀ ਵਿਦਆਊਟ ਇੰਡੀਪੈਂਡੈਂਟ ਤੋਂ ਮਤਲਬ ਹੈ ਵੀ ਕਿਸੇ ਦੀ ਸਪੋਰਟ ਤੋਂ ਬਿਨਾਂ। ਸਾਡਾ ਇੱਕ ਨਾਰਾ ਸੀਗਾ ਇਸ ਇਲੈਕਸ਼ਨ ਦੇ ਵਿੱਚ, ਨਾ ਹੀ ਕੋਈ ਪਾਰਟੀ ਨਾ ਹੀ ਕੋਈ ਧੜਾ, ਸਾਨੂੰ ਆਪਣੇ ਵਾਰਡ ਦੇ ਲੋਕਾਂ ਦਾ ਸਹਾਰਾ ਹੀ ਬੜਾ। ਅਸੀਂ ਇਸ ਨਾਰੇ ਨੂੰ ਲੈ ਕੇ ਚੱਲ ਕੇ ਲੋਕਾਂ ਨੇ ਬਹੁਤ ਸਾਥ ਦਿੱਤਾ। ਵੱਡੀਆਂ ਪਾਰਟੀਆਂ ਸੀਗੀਆਂ ਸਾਡੇ ਮੁਕਾਬਲੇ, ਸਾਰਾ ਕੁਝ ਮਤਲਬ ਲੋਕਾਂ ਨੇ, ਮੇਰਾ ਖਿਆਲ ਹੈ ਵੀ ਲੋਕ ਸਮਾਜਿਕ ਕੰਮ ਹੈ ਜਿਹੜੇ ਉਹਨਾਂ ਨੂੰ ਵੀ ਹੁਣ ਤਰਜੀਹ ਬਹੁਤ ਦਿੰਦੇ ਨੇ ਜੀ। ਬਾਕੀ ਵਾਰਡ ਲਈ ਤਾਂ ਅਸੀਂ ਵਚਨਬੱਧ ਹਾਂ, ਅਸੀਂ ਕੰਮ ਕਰਦੇ ਹੀ ਰਹਿੰਦੇ ਹਾਂ। ਸਾਡਾ ਵਾਰਡ ਮੇਰਾ ਖਿਆਲ ਹੈ ਜਾ ਕੇ ਦੇਖਿਆ ਜਾਵੇ ਤਾਂ ਮੇਰਾ ਖਿਆਲ ਹੈ ਵੀ ਸੈਕਟਰ 69 ਦਾ ਜਿਹੜਾ ਵਾਰਡ ਹੈ ਇਹ ਨਰਾਲਾ ਹੀ ਤੁਹਾਨੂੰ ਹੁਣ ਵੀ ਨਜ਼ਰ ਆਏਗਾ, ਕਿਉਂਕਿ ਪਿਛਲੇ 5 ਸਾਲ ਵੀ ਅਸੀਂ ਕੰਮ ਕੀਤਾ। ਅਗਲੇ ਸਾਲਾਂ ਲਈ ਸਾਡੇ ਬੜੇ ਟੀਚੇ ਨੇ। ਸਾਡੇ ਟੀਚੇ ਤਾਂ ਇੱਥੋਂ ਤੱਕ ਹੈਗੇ ਆ ਵੀ ਵਾਰਡ ਨੂੰ ਅਸੀਂ ਟਰਾਈ ਸਿਟੀ ਦੇ ਵਿੱਚ ਸਾਡਾ ਵਾਰਡ ਨੰਬਰ 1 ਹੋਏਗਾ ਕਿਸੇ ਵੇਲੇ, ਜੇ ਅਸੀਂ ਪ੍ਰਮਾਤਮਾ ਨੇ ਕਿਰਪਾ ਰੱਖੀ, ਸਾਰਾ ਠੀਕ ਠਾਕ ਚੱਲਦਾ ਰਿਹਾ। ਜੀ ਬਿਲਕੁਲ। ਸਰ, ਜਿਹੜੀ ਇਹ ਜਿੱਤ ਮਿਲੀ ਸੀਗੀ ਇਹ ਦੂਜੀ ਵਾਰੀ ਤੁਹਾਡੇ ਪਰਿਵਾਰ ਦੇ ਵਿੱਚ ਆਈ ਸੀਗੀ, ਸੋ ਦੂਜੀ ਵਾਰੀ ਜਿੱਤਣਾ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਲੋਕ ਉਸੇ ਨੂੰ ਦੁਬਾਰਾ ਵੇਖਣਾ ਪਸੰਦ ਕਰਦੇ ਨੇ ਜਿਨ੍ਹਾਂ ਦੇ ਉਹ ਕੰਮ ਪਹਿਲਾਂ ਤੋਂ ਪਸੰਦ ਕਰਦੇ ਨੇ। ਸੋ ਜਿਹੜੇ ਤੁਸੀਂ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਜਿੱਤ ਆਈ ਹੈ ਤਾਂ ਡੈਫੀਨੇਟਲੀ ਇੱਕ ਜਿਹੜਾ ਪ੍ਰੈਸ਼ਰ ਤੁਹਾਡੇ ਤੇ, ਇੱਕ ਰਿਸਪੌਂਸਿਬਿਲਿਟੀਜ਼ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ, ਕਿਉਂਕਿ ਲੋਕਾਂ ਨੇ ਤੁਹਾਨੂੰ ਆਪਣੀਆਂ ਵੋਟਾਂ ਦੇ ਕੇ ਦੁਬਾਰਾ ਜਿਤਾਇਆ ਹੈ। ਸੋ ਜਦੋਂ ਲੋਕੀ ਤੁਹਾਡੇ ਕੋਲੇ ਆਉਂਦੇ ਨੇ ਕੰਮ ਲੈ ਕੇ ਆਪੋ ਆਪਣੇ, ਕਈ ਲੋਕ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਕਿ ਜੀ ਸਾਡਾ ਇਹ ਵਾਲਾ ਕੰਮ ਕਰ ਦਿਓ, ਕਈ ਲੋਕ ਥੋੜਾ ਜਿਹਾ ਤਕਰਾਰ ਦੇ ਨਾਲ, ਗੁੱਸੇ ਦੇ ਨਾਲ ਕਹਿੰਦੇ ਨੇ, ਤੇ ਕਈ ਲੋਕ ਟੀਚਰ ਕਰਕੇ ਵੀ ਕਹਿੰਦੇ ਨੇ ਜੀ ਤੁਹਾਡੇ ਤੋਂ ਕਿੱਥੇ ਹੋਣਾ ਹੈ ਸਾਡਾ ਕੰਮ। ਸੋ ਤੁਸੀਂ ਉਹ ਲੋਕਾਂ ਨੂੰ ਕਿਵੇਂ ਸਾਂਭਦੇ ਹੋ ਤੇ ਉਹ ਲੋਕਾਂ ਦੇ ਨਾਲ ਕਿੱਦਾਂ ਯਾਨੀ ਕਿ ਗੱਲਬਾਤ ਕਰਦੇ ਹੋ? ਨਹੀਂ, ਹੁਣ ਸਾਨੂੰ ਬੇਸਿਕਲੀ ਇਹ ਪ੍ਰੋਬਲਮ ਨਹੀਂ ਆਉਂਦੀ। ਅੱਛਾ ਜੀ। ਕਿਉਂਕਿ ਅਸੀਂ ਕਦੇ ਵੀ ਨਾ ਤਾਂ ਕਦੇ ਅੰਡਰ ਪ੍ਰੈਸ਼ਰ ਕੰਮ ਕੀਤਾ, ਅਸੀਂ ਸਹਿਜ ਅਵਸਥਾ ਜੀ ਕੰਮ ਕੀਤਾ ਜੀ। ਲੋਕਾਂ ਨੂੰ ਵੀ ਪਤਾ ਹੈ ਕੰਮ ਉੱਠੀ ਕਿਹਾ ਜਾਂਦਾ ਜਿੱਥੇ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇੱਥੇ ਹੋ ਜਾਏਗਾ। ਵਾਰਡ ਦਾ ਕੰਮ
ਇੱਕ ਸਾਈਡ ਤੇ ਹੋ ਗਿਆ, ਕਿਸੇ ਦਾ ਨਿੱਜੀ ਕੰਮ ਵੀ ਹੋਵੇ, ਉਹ ਵੀ ਸਾਨੂੰ ਲੋਕ ਆਪਣੇ ਪਰਸਨਲ ਕੰਮ ਵੀ ਦੱਸਦੇ ਨੇ। ਉਹਨਾਂ ਨੂੰ ਉਮੀਦ ਆ ਵੀ ਇੱਥੋਂ ਕੁਛ ਨਾ ਕੁਛ ਕੰਮ ਸਾਡਾ ਹੱਲ ਹੋਏਗਾ। ਅਸੀਂ ਹਮੇਸ਼ਾ ਕੰਮ ਕੀਤਾ ਸਹਿਜ ਅਵਸਥਾ 'ਚ ਰਹਿ ਕੇ। ਅਸੀਂ ਕਦੇ ਹਾਈਪਰ ਨਹੀਂ ਹੋਏ ਤੇ ਨਾ ਹੀ ਅਸੀਂ ਕਿਸੇ ਤੋਂ ਟੈਨਸ਼ਨ ਖੁਦ ਲਈ ਆ, ਨਾ ਹੀ ਕਿਸੇ ਨੂੰ ਟੈਨਸ਼ਨ ਦਿੱਤੀ ਆ। ਅਸੀਂ ਆਪਣਾ ਕੰਮ ਆਪਣੀ ਰਫ਼ਤਾਰ ਨਾਲ ਕਰਦੇ ਜਾਂਦੇ ਆ। ਲੋਕਾਂ ਨੂੰ ਵੀ ਪਤਾ ਵੀ ਕੰਮ ਜਿਹੜਾ ਕਿਹਾ ਹੈਗਾ, ਕੋਈ 100 ਕੰਮ ਸਾਡੇ ਕੋਲ ਆਏ ਨੇ ਤਾਂ ਉਹਦੇ ਵਿੱਚੋਂ 90 ਤਾਂ ਸਾਡੇ ਕੰਮ ਹੱਲ ਅਸੀਂ ਕਰਦੇ ਹੀ ਕਰਦੇ ਹਾਂ। ਖੁਦਾ ਨਖਾਸਤਾ ਕਈ ਕੰਮ ਰਹਿ ਵੀ ਜਾਂਦੇ ਨੇ, ਸਾਡੇ ਹੱਥ 'ਚ ਨਹੀਂ ਹੁੰਦੇ, ਸਾਡੇ ਕਪੈਸਿਟੀ ਉਨੀ ਨਹੀਂ ਹੁੰਦੀ ਹੈ, ਪਰ ਅਸੀਂ ਕੰਮ ਪ੍ਰਤੀ ਕਦੇ ਹਾਈਪਰ ਨਹੀਂ ਹੋਏ, ਕਦੇ ਅਸੀਂ ਮਤਲਬ ਟੈਨਸ਼ਨ 'ਚ ਰਹਿ ਕੇ ਕੰਮ ਨਹੀਂ ਕੀਤਾ। ਸਹਿਜ ਅਵਸਥਾ 'ਚ ਕੰਮ ਕੀਤਾ। ਉਹ ਸਾਰੇ ਕੰਮ ਤੁਸੀਂ ਸਹਿਜ ਅਵਸਥਾ 'ਚ ਕਰੋ। ਤੁਹਾਡੀ ਨੀਤ ਠੀਕ ਹੈਗੀ ਆ, ਤੁਹਾਡਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਇਰਾਦਾ ਨਹੀਂ ਹੈ। ਦੇਖੋ ਸਾਡਾ ਹਮੇਸ਼ਾ ਰਿਹਾ ਵੀ ਜੇ ਦੋ ਗੁਆਂਢੀ ਨੇ, ਕੋਈ ਉਹਨਾਂ ਦਾ ਕੋਈ ਆਪਸ ਦੇ ਵੀ ਤਕਰਾਰ ਹੈ, ਤਾਂ ਹਮੇਸ਼ਾ ਅਸੀਂ ਦੋਨਾਂ ਗੁਆਂਢੀਆਂ ਨੂੰ ਪਾੜਿਆ ਨਹੀਂ ਹੈ। ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਵੀ ਉਹਦਾ ਮਸਲਾ ਵੀ ਹੱਲ ਹੋ ਜਾਏ ਤੇ ਉਹਨਾਂ ਦਾ ਆਪਸ 'ਚ ਮੂੰਹ ਮਿਟਾਪ ਵੀ ਨਾ ਹੋਵੇ ਜੀ। ਇਹ ਨੀਤੀ ਤੇ ਅਸੀਂ ਚੱਲਦੇ ਹਾਂ ਤੇ ਅਸੀਂ ਚੱਲਦੇ ਰਹਿਣਾ। ਠੀਕ ਹੈ ਜੀ। ਹਾਂਜੀ ਸਰ, ਸਿਆਸਤ ਦੀ ਲਾਈਨ ਦੇ ਵਿੱਚ ਇੱਕ ਇਹ ਬੜੀ ਚੀਜ਼ ਹੁੰਦੀ ਹੈ ਕਿ ਸਿਫਾਰਸ਼ਾਂ ਵਗਾਰਾਂ ਕਹਿ ਲਓ ਬੜੀਆਂ ਪੈਂਦੀਆਂ ਨੇ ਕਿ ਜੀ ਤੁਹਾਡੇ ਲਿੰਕ ਵੱਡੇ ਵੱਡੇ ਜੁੜਦੇ ਨੇ ਤੇ ਜੀ ਸਾਡਾ ਇਹ ਵਾਲਾ ਕੰਮ ਕਰਵਾ ਦਿਓ, ਹੈ ਨਾ। ਸੋ ਇੱਦਾਂ ਦੀਆਂ ਤੁਹਾਨੂੰ ਕੋਈ ਸਿਫਾਰਸ਼ਾਂ, ਇੱਦਾਂ ਦੀਆਂ ਕੋਈ ਵਗਾਰਾਂ ਕਦੇ ਪਈਆਂ ਨੇ? ਦੇਖੋ ਗੱਲ ਇਹ ਹੈਗੀ ਆ ਵੀ ਲੋਕਾਂ ਦੇ ਛੋਟੇ ਮੋਟੇ ਕੰਮ ਹੁੰਦੇ ਨੇ ਜੀ, ਉਹ ਅਸੀਂ ਫੋਨ ਕਰਦੇ ਹਾਂ, ਹੋ ਜਾਂਦੇ ਹਾਂ। ਕਿਉਂਕਿ ਅੱਗੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜਾਂ ਕੋਈ ਹੋਰ ਦਫ਼ਤਰ ਨੇ, ਅਸਲ ਦੇ ਵਿੱਚ ਜਿਹੜਾ ਤੁਹਾਡਾ ਕੰਮ ਕਰਨ ਦਾ ਤਰੀਕਾ ਹੈ ਨਾ ਜੀ, ਕੋਈ ਵੀ ਹੋਵੇ, ਉਹਨੂੰ ਸਾਰੇ ਲੋਕੀ ਵਾਚ ਕਰਦੇ ਨੇ। ਔਰ ਉਹਨਾਂ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਵੀ ਜਿਹੜਾ ਕੋਈ ਫੋਨ ਕਰ ਰਹੇ ਨੇ, ਕੋਈ ਕੰਮ ਜਿਹੜੇ ਬੰਦੇ ਕਹਿ ਰਹੇ ਨੇ ਉਹ ਕਿੱਦਾਂ ਦੇ ਨੇ, ਉਹਦੀ ਮਾਨਸਿਕਤਾ ਕਿੱਦਾਂ ਦੀ ਆ, ਉਹ ਗਲਤ ਕੰਮਾਂ ਨੂੰ ਤਰਜੀਹ ਦਿੰਦੇ ਆ ਕਿ ਨਹੀਂ ਦਿੰਦੇ। ਸਾਡਾ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ, ਸਾਰੇ ਦਫ਼ਤਰਾਂ ਦੇ ਵਿੱਚ ਪਤਾ ਵੀ ਅਸੀਂ ਗਲਤ ਕੰਮ ਨਾ ਕਦੇ ਕੀਤਾ ਤੇ ਨਾ ਹੀ ਅਸੀਂ ਕਿਸੇ ਨੂੰ ਕਰਨ ਲਈ ਕਦੇ ਕਹਿੰਦੇ ਆ। ਨਾ ਹੀ ਸਾਡੇ ਕੋਲ ਕੋਈ ਗਲਤ ਕੰਮ ਕਰਾਉਣ ਲਈ ਬੰਦਾ ਪਹੁੰਚ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਗਲਤ ਕੰਮ ਦੀ ਹਮ ਨਹੀਂ ਭਰਨੀ, ਜਾਇਜ਼ ਕੰਮ ਹੈ ਤਾਂ ਇਹਨਾਂ ਨੇ ਕਰ ਹੀ ਦੇਣਾ। ਸੋ ਸਰ, ਜਿਹੜੀ ਹੁਣ ਤੁਸੀਂ ਜਿਹੜੀ ਇਹ ਸੀਟ ਜਿੱਤੀ ਹੈ, ਤੁਸੀਂ ਆਜ਼ਾਦ ਜਿਹੜੀ ਉਮੀਦਵਾਰ ਵਜੋਂ ਖੜੇ ਹੋਏ ਸੀਗੇ, ਤੇ ਆਉਣ ਵਾਲੀ ਜਿਹੜੀਆਂ ਇਲੈਕਸ਼ਨਸ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਿਆਸਤ ਨੂੰ ਕਿੱਦਾਂ ਵੇਖਦੇ ਹੋ? ਯਾਨੀ ਕਿ ਵੱਡੀਆਂ ਕੋਈ ਚੋਣਾਂ ਦੇ ਵਿੱਚ ਖੜੇ ਹੋਵੋਗੇ ਜਾਂ ਇਸ ਲੈਵਲ ਤੇ ਹੀ ਤੁਸੀਂ ਅਗਲੀ ਚੋਣ ਜਿਹੜੀ ਹੈ ਲੜੋਗੇ? ਦੇਖੋ ਸਿਆਸਤ ਦੇ ਵਿੱਚ ਨੋ ਡਾਊਟ ਬੜਾ ਨਿਘਾਰ ਆ ਗਿਆ, ਇਸ ਕਰਕੇ ਸਾਡੀ ਇੱਥੇ ਸਰਟੀਫਿਕੇਸ਼ਨ ਹੈਗੀ ਆ ਸਾਡੀ ਸੋਸ਼ਲ ਕੰਮਾਂ 'ਚ। ਸੋਸ਼ਲ ਸਾਡਾ ਫੇਸ ਆ ਜਿਹੜਾ ਲੋਕਾਂ 'ਚ ਸੋਸ਼ਲ ਬਣਿਆ ਹੋਇਆ, ਇਸ ਕਰਕੇ ਅਸੀਂ ਸੋਸ਼ਲ ਕੰਮਾਂ ਨੂੰ ਹੀ ਹੋਰ ਪੀਕ 'ਤੇ ਲੈ ਕੇ ਜਾਵਾਂਗੇ। ਪਰ ਲੋਕਾਂ ਦੀ ਜੋ ਲੋਕ ਚਾਹੁੰਦੇ ਨੇ ਜਾਂ ਲੋਕਾਂ ਦੀ ਜੋ ਮਨਸ਼ਾ ਹੈਗੀ ਆ, ਉਹਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਕੋਈ ਵੇਲਾ ਆਇਆ ਤਾਂ ਅਸੀਂ ਸਿਆਸਤ ਦੇ ਵਿੱਚ ਵੀ ਅੱਗੇ ਹੋਰ ਮਤਲਬ ਆ ਸਕਦੇ ਹਾਂ, ਅੱਗੇ ਐਂਟਰ ਕਰ ਸਕਦੇ ਹਾਂ ਜੀ। ਠੀਕ ਹੈ ਜੀ। ਤੇ ਸਰ, ਆਪਾਂ ਥੋੜਾ ਜਿਹਾ ਇੱਧਰ ਨੂੰ ਆਈਏ ਕਿ ਜਿਹੜੀ ਤੁਹਾਡੀ ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਹੈ, ਇਹ ਤੁਸੀਂ ਬਲੱਡ ਡੋਨੇਸ਼ਨ ਕੈਂਪ ਦੀ ਗੱਲ ਕੀਤੀ ਹੈ, ਤੁਸੀਂ ਗੱਲ ਕੀਤੀ ਹੈ ਜਿਹੜੇ ਕੈਂਸਰ ਦੇ ਮਰੀਜ਼ ਹੁੰਦੇ ਨੇ ਉਹਨਾਂ ਦੀ ਟੈਸਟਿੰਗ ਦੀ ਗੱਲ ਕੀਤੀ ਹੈ ਨਾ, ਤੇ ਹੋਰ ਜਿਹੜੀ ਤੁਸੀਂ ਅੱਗੇ ਨੂੰ ਇਸ ਨੂੰ ਜਿਹੜੀ ਸੁਸਾਇਟੀ ਹੈ ਇਸ ਨੂੰ ਅੱਗੇ ਨੂੰ ਹੋਰ ਕਿਵੇਂ ਵਧਾਉਣਾ ਚਾਹੋਗੇ? ਹੋਰ ਤੁਸੀਂ ਜਿਹੜੇ ਸਮਾਜਿਕ ਕੰਮਕਾਰ ਨੇ ਲੋਕਾਂ ਦੇ ਪ੍ਰਤੀ, ਯਾਨੀ ਕਿ ਉਹਨਾਂ ਨੂੰ ਕਿੱਦਾਂ ਉਹਨਾਂ ਦੀ ਮਦਦ ਕਰਨਾ ਚਾਹੋਗੇ ਹੋਰ? ਦੇਖੋ ਅੱਜ ਜੋ ਸਾਡੀ ਸੁਸਾਇਟੀ ਹੈ ਨਾ ਜੀ, ਇਹ ਸ਼ਹਿਰ ਦੇ ਵਿੱਚ ਪਲੱਸ ਨੇੜੇ ਤੇੜੇ ਦੇ ਜੋ ਇਲਾਕੇ ਨੇ, ਪਿੰਡ ਨੇ, ਉਹਨਾਂ ਦਾ ਸਾਰਾ ਸੁਸਾਇਟੀ ਬਾਰੇ ਸਾਰਿਆਂ ਦਾ ਸੰਦੇਸ਼ਾ ਪਹੁੰਚਿਆ ਹੋਇਆ ਸਪਸ਼ਟ ਵੀ ਕੋਈ ਵੀ ਕੰਮ ਇਹਨਾਂ ਨੂੰ ਕਿਹਾ ਜਾਵੇ ਇੱਥੇ ਹੁੰਦਾ। ਠੀਕ ਹੈ ਜੀ, ਕੋਈ ਵੀ ਸਮਾਜਿਕ ਕੰਮ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਆਰਥਿਕ ਪੱਖੋਂ ਕੋਈ ਕਮਜ਼ੋਰ ਹੈ, ਉਸ ਦੀ ਇਹ ਸੁਸਾਇਟੀ ਬਾਂਹ ਫੜਦੀ ਹੈ। ਸਾਰੇ ਲੋਕਾਂ ਨੂੰ, ਸਾਰੇ ਸ਼ਹਿਰ ਨੂੰ ਪਤਾ। ਤਕਰੀਬਨ ਜਿਵੇਂ ਸ਼ਹਿਰ ਦੀ ਆਪਾਂ ਗੱਲ ਕਰੀਏ, ਸ਼ਹਿਰ ਦੇ 50 ਵਾਰਡ ਨੇ, 50 ਵਾਰਡਾਂ ਦੇ ਵਿੱਚ ਸਾਡੇ 25-25 30-30 ਮੈਂਬਰ ਜਾਂ ਜਿਹੜੇ ਸਾਡੇ ਨਾਲ ਇਨਡਾਇਰੈਕਟਲੀ ਜੁੜੇ ਹੋਏ ਨੇ ਬੰਦੇ ਬੈਠੇ ਨੇ। ਅਸੀਂ ਇੱਕ ਆਵਾਜ਼ ਮਾਰਦੇ ਹਾਂ ਤਾਂ ਬੰਦਾ ਹਜ਼ਾਰਾਂ ਇਕੱਠਾ ਹੋਣ ਦਾ ਅਸੀਂ ਅੱਜ ਦਮ ਰੱਖਦੇ ਹਾਂ। ਇਸ ਕਰਕੇ ਅਸੀਂ ਸੁਸਾਇਟੀ ਦੇ ਰਾਹੀਂ ਹੋਰ ਅੱਗੇ ਸੇਵਾ ਕਰਨ ਦਾ ਜੋ ਬੀੜਾ ਪਰਮਾਤਮਾ ਬਲ ਬਖਸ਼ਦਾ ਜਾਵੇ ਅਸੀਂ ਕਰਦੇ ਜਾਵਾਂਗੇ। ਹੁਣ ਕਰੋਨਾ ਕਾਲ ਦੇ ਵਿੱਚ ਵੀ ਪਿੱਛੇ ਸੁਸਾਇਟੀ ਵਰਕਰਾਂ ਨੇ ਬਹੁਤ ਕੰਮ ਕੀਤਾ। ਪਿੱਛੇ ਆਪਣਾ ਅਸੀਂ ਕਿੰਨੇ ਹੀ ਲੱਖਾਂ ਦਾ ਸਮਾਨ ਅਸੀਂ ਪ੍ਰਸ਼ਾਸਨ ਨੂੰ ਦਿੱਤਾ, PPE ਕਿੱਟਾਂ ਦਿੱਤੀਆਂ ਨੇ, ਹੋਰ ਸੈਨੀਟਾਈਜ਼ਰ ਦਿੱਤੇ ਨੇ, ਮਾਸਕ ਵਗੈਰਾ ਲੈ ਕੇ ਮੇਰਾ ਖਿਆਲ 7-8 ਲੱਖ ਰੁਪਏ ਦਾ ਸਮਾਨ ਅਸੀਂ ਸਿਵਲ ਸਰਜਨ ਦਫ਼ਤਰ ਮੋਹਾਲੀ ਦਿੱਤਾ।
ਐਡਮਿਨਿਸਟ੍ਰੇਸ਼ਨ ਕੋਲ ਇੱਥੇ DC ਦਫ਼ਤਰ ਵੀ ਦਿੱਤੇ ਨੇ, ਲੋੜਵੰਦਾਂ ਨੂੰ ਅਸੀਂ ਖਾਣਾ ਵੀ ਬੜਾ ਪਹੁੰਚਾਇਆ। ਇਸ ਕਰਕੇ ਜਿਹੜੀ ਸੁਸਾਇਟੀ ਦਾ ਇਹ ਸਾਡਾ ਏਮ ਹੈਗਾ ਵੀ ਅਸੀਂ ਇਸ ਨੂੰ ਹੋਰ ਪ੍ਰਫੁੱਲਤ ਕਰੀਏ, ਸ਼ਹਿਰ 'ਚੋਂ ਵੀ ਬਾਹਰ ਨਿਕਲ ਕੇ ਹੋਰ ਬਾਕੀ ਜ਼ਿਲ੍ਹਿਆਂ 'ਚ ਬਾਕੀ ਸ਼ਹਿਰਾਂ 'ਚ ਵੀ ਜਾ ਕੇ ਕੰਮ ਕਰਨ ਸਾਡੇ ਵਲੰਟੀਅਰ। ਸਾਡੀ ਇਹ ਇੱਛਾ ਹੈਗੀ ਆ ਔਰ ਅਸੀਂ ਇਸ ਨੂੰ ਅਚੀਵ ਕਰਾਂਗੇ, ਕਿਉਂਕਿ ਤੁਹਾਡੇ ਜੇ ਮਾਈਂਡ ਦੇ ਵਿੱਚ ਤੁਹਾਡੀ ਨੀਤ ਸਾਫ਼ ਹੈ, ਸਾਰਾ ਕੁਝ ਠੀਕ ਹੈ, ਤਾਂ ਮੇਰਾ ਨਹੀਂ ਖਿਆਲ ਕੋਈ ਕੰਮ ਇਹੋ ਜਿਹਾ ਹੋਵੇ ਜਿਹੜਾ ਤੁਸੀਂ ਨਾ ਕਰ ਸਕਦੇ ਹੋ। ਜੀ ਬਿਲਕੁਲ। ਤੇ ਸਰ ਜਿਹੜੀ ਤੁਹਾਡੀ ਇਹ ਸੁਸਾਇਟੀ ਹੈ, ਇਹਦੀ ਜਿਹੜੇ ਫੰਡਸ ਵਗੈਰਾ ਨੇ ਉਹਨਾਂ ਦੀ ਮਦਦ ਕਿਵੇਂ ਹੁੰਦੀ ਹੈ? ਦੇਖੋ, ਫੰਡਸ ਦੀ ਗੱਲ ਇਹ ਹੈ ਵੀ ਸੁਸਾਇਟੀ ਦਾ ਅਸੀਂ ਫੰਡਸ ਕਦੇ ਕਿਸੇ ਤੋਂ ਨਹੀਂ ਲਏ। ਅਸੀਂ ਦੇਖੋ, ਹੁਣ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕੋਈ ਕੰਮ ਕਰਨਾ, ਅਸੀਂ ਕੈਂਸਰ ਕੇਅਰ ਕੈਂਪ ਲਗਾ ਰਹੇ ਹਾਂ, ਕੋਈ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ। ਸਾਡੇ ਨਾਲ ਜਿਹੜੇ ਸਾਥੀ ਨੇ, ਸਾਡੇ ਨੌਜਵਾਨ ਸਾਥੀ ਤੇ ਦੂਜੇ, ਜੋ ਵੀ ਉੱਥੇ ਰਿਕੁਆਇਰਮੈਂਟ ਹੈਗੀ ਆ ਉਹਨਾਂ ਨੇ ਲੈ ਕੇ ਆ ਜਾਣਾ। ਅਸੀਂ ਕਿਸੇ ਤੋਂ ਕੋਈ ਕੈਸ਼ ਵਗੈਰਾ ਜਾਂ ਕੋਈ ਹੋਰ ਇਦਾਂ ਦਾ ਅਸੀਂ ਨਹੀਂ ਕਰਦੇ ਕੋਈ, ਠੀਕ ਹੈ ਜੀ। ਉਹਨਾਂ ਨੇ ਸਮਾਨ ਵਗੈਰਾ ਲੈ ਕੇ ਸਾਰਾ ਆ ਜਾਣਾ। ਉਹ ਈਵਨ ਸਾਨੂੰ ਪੁੱਛਦੇ ਨੇ ਵੀ ਹੋਰ ਕੀ ਚਾਹੀਦਾ, ਹੋਰ ਕੀ ਚਾਹੀਦਾ, ਹੋਰ ਆਪਾਂ ਕੀ। ਉਹ ਬੜੀ ਖੁਸ਼ੀ ਮਹਿਸੂਸ ਕਰਦੇ ਨੇ। ਉਹ ਸਾਨੂੰ ਨਾ ਵਾਰ-ਵਾਰ ਕਹਿੰਦੇ ਰਹਿੰਦੇ ਨੇ ਵੀ ਆਪਾਂ ਦੁਬਾਰਾ ਕਦੋਂ ਕੋਈ ਸਮਾਜਿਕ ਖੇਤਰ ਦਾ ਕੰਮ ਕਰਨਾ, ਵੀ ਸਾਨੂੰ ਵੀ ਉਹਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲੇ। ਕੋਈ ਹੁਣ ਡੋਨਰ ਹੈਗੇ ਆ, ਹੋਰ ਲੋਕਾਂ ਨੇ ਉੱਥੇ ਕਿੰਨਿਆਂ ਨੇ ਵਿਜ਼ਿਟ ਕਰਨਾ। ਹੁਣ ਤਾਂ ਖੈਰ ਕਰੋਨਾ ਕਾਲ ਹੈ, ਸਿਰਫ ਡੋਨਰ ਹੀ ਆਉਣਗੇ। ਉਸ ਦੇ ਲਈ ਸਾਡੇ ਵਲੰਟੀਅਰ ਹਮੇਸ਼ਾ ਤਿਆਰ ਰਹਿੰਦੇ ਨੇ। ਜੀ ਬਿਲਕੁਲ, ਠੀਕ ਹੈ ਨਾ ਜੀ। ਤੇ ਸਰ ਜਿਹੜੇ ਤੁਸੀਂ ਜਿੱਦਾਂ ਕਿਹਾ ਹੈ ਕਿ ਕੈਸ਼ ਜਿਹੜਾ ਹੈ ਤੁਸੀਂ ਨਹੀਂ ਲੈਂਦੇ ਹੋ। ਹਾਂਜੀ ਹਾਂ। ਹਾਂਜੀ, ਤੇ ਸਰ ਜੇਕਰ ਤੁਹਾਡੀ ਸੁਸਾਇਟੀ ਤੱਕ ਕਿਸੇ ਨੇ ਪਹੁੰਚ ਕਰਨੀ ਹੋਵੇ, ਕਿਸੇ ਨੇ ਮਦਦ ਕਰਨੀ ਹੋਵੇ, ਤਾਂ ਉਸ ਆਪਾਂ ਕਿਵੇਂ ਉਸ ਤੱਕ ਪਹੁੰਚ ਕਰ ਸਕਦੇ? ਦੇਖੋ, ਹੁਣ ਜਿਵੇਂ ਸਾਡਾ ਕੈਂਪ ਲੱਗ ਰਿਹਾ ਜਾਂ ਅੱਗੇ ਕੋਈ ਹੋਣਾ, ਉਹਦੇ ਵਿੱਚ ਕੋਈ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ ਜੀ। ਦੇਖੋ, ਤੁਸੀਂ ਕੋਈ ਵੀ ਕੰਮ ਕਰਨਾ ਉਹਦੇ ਲਈ ਖਰਚੇ ਤਾਂ ਹੁੰਦੇ ਨੇ। ਸਾਡੀ ਪ੍ਰੈਫਰੈਂਸ ਇਹ ਹੁੰਦੀ ਆ, ਅਸੀਂ ਉਹਨੂੰ ਇਹੀ ਕਹਿੰਦੇ ਵੀ ਸਾਡਾ ਜੀ ਆਹ ਸਮਾਨ ਤੇ ਆ ਗਿਆ, ਆਹ ਅਜੇ ਰਹਿੰਦਾ, ਆਹ ਤੁਸੀਂ ਲੈ ਆਓ। ਜਿਵੇਂ ਅਸੀਂ ਪਿੱਛੇ ਮੈਂ ਤੁਹਾਨੂੰ ਦੱਸਦਾ ਵੀ ਹੜ੍ਹ ਆਏ ਸੀਗੇ ਬੜੇ। ਮੈਨੂੰ ਯਾਦ ਆ, ਅਸੀਂ 2007 ਦੇ ਵਿੱਚ ਬਿਹਾਰ 'ਚ ਹੜ੍ਹ ਆਏ ਸੀਗੇ। ਬਿਹਾਰ 'ਚ ਬਹੁਤ ਹੜ੍ਹ ਆਏ ਸੀ। ਸਾਡੀ ਸੁਸਾਇਟੀ ਨੇ ਰੇਲਵੇ ਸਟੇਸ਼ਨ ਤੋਂ ਇੱਕ ਡੱਬਾ ਕੱਪੜਿਆਂ ਦਾ ਭਰ ਕੇ, ਪੂਰਾ ਰੇਲਵੇ ਦਾ, ਨਵੇਂ ਪੁਰਾਣੇ ਕੱਪੜੇ, ਕੰਬਲ, ਅਸੀਂ ਉਹਨੂੰ ਬੁੱਕ ਕਰਾ ਕੇ ਭੇਜਿਆ ਸੀਗਾ। ਉਹ ਸਾਡੇ ਮੈਂਬਰ ਸਾਡੇ ਕੋਲ ਲੈ ਆਏ। ਅਸੀਂ ਇੱਕ ਵਾਰੀ ਅਨਾਉਂਸ ਕੀਤਾ ਸੀਗਾ ਵੀ ਸਾਨੂੰ ਆਪਾਂ ਉੱਥੇ ਜਾਣਾ ਹੈਗਾ, ਇਹ ਦੇਣੇ ਆ। ਤੇ ਅਸੀਂ SDM ਦੇ ਥਰੂ ਲੈਟਰ ਬਣਾ ਕੇ ਚੰਡੀਗੜ੍ਹੋਂ ਡੱਬਾ ਬੁੱਕ ਕਰਾ ਕੇ ਸਮਸਤੀਪੁਰ SDM ਦੇ ਨਾਂ ਅਸੀਂ ਬੁਕਿੰਗ ਕਰਾ ਕੇ ਭੇਜਿਆ ਸੀਗਾ। ਮੇਰੇ ਕਹਿਣ ਦਾ ਮਤਲਬ ਵੀ ਸਾਡੇ ਮੈਂਬਰ ਹੀ ਇੰਨੇ ਡੈਡੀਕੇਟ ਆ, ਉਹ ਪੁੱਛਦੇ ਰਹਿੰਦੇ ਨੇ ਵੀ ਕਿਹੜੀ ਚੀਜ਼ ਦੀ ਕਿੱਥੇ ਲੋੜ ਹੈ ਜੀ। ਉਹ ਅਸੀਂ ਇੱਕ ਵਾਰੀ ਉਹਨਾਂ ਨੂੰ ਕਹਿੰਦੇ ਆ ਤੇ ਉਹ ਲਿਆ ਕੇ, ਜੇ ਅਸੀਂ ਕਹਿੰਦੇ ਆ ਵੀ ਉੱਥੇ 50 ਕੰਬਲਾਂ ਦੀ ਲੋੜ ਆ ਤਾਂ ਉਹ 70 ਲਿਆ ਕੇ ਰੱਖ ਦਿੰਦੇ ਨੇ ਜੀ। ਸਾਡਾ ਪੈਟਰਨ ਇਦਾਂ ਚੱਲਦਾ ਹੈਗਾ। ਠੀਕ ਹੈ ਜੀ। ਹਾਂਜੀ। ਸੋ ਸਰ ਮੈਂ ਇਹ ਪੁੱਛ ਰਹੀ ਹਾਂ ਕਿ ਜਿੱਦਾਂ ਜੇਕਰ ਕਿਸੇ ਨੇ ਪਹੁੰਚ ਕਰਨੀ ਹੋਵੇ ਤੁਹਾਡੇ ਤੱਕ, ਕੋਈ ਫੋਨ ਨੰਬਰ, ਕੋਈ ਤੁਹਾਡੀ ਪਾਰਟਿਕੂਲਰ ਵੈਬਸਾਈਟ ਵਗੈਰਾ ਹੋਵੇ, ਹੈ ਨਾ, ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ, ਸੁਸਾਇਟੀ ਦੇ ਨਾਲ ਜੁੜਨਾ ਚਾਹੁੰਦਾ ਹੋਵੇ ਜੇ ਕੋਈ, ਤਾਂ ਉਹ ਕਿਵੇਂ ਜੁੜ ਸਕਦਾ ਹੈ? ਆਪਣਾ ਪੂਰੀ ਟਰਾਂਸਪੇਰੈਂਸੀ ਖੁੱਲ੍ਹਾ ਹੈਗਾ ਸਾਡਾ। ਸਾਡੇ ਜਿਹੜੇ ਅਸੀਂ ਹੈਗੇ ਆ ਲੋਕਲ ਬੰਦੇ ਆ, ਹੋਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਸਾਰਿਆਂ ਦੇ ਨੰਬਰ, ਫੋਨ ਨੰਬਰ। ਮੈਨੂੰ ਨਹੀਂ ਕੋਈ ਲੱਗਦਾ ਕੋਈ ਸ਼ਹਿਰ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਹੋਵੇ ਜੋ ਸਾਡੀ ਸੁਸਾਇਟੀ ਨੂੰ ਜਾਂ ਸਾਨੂੰ ਨਾ ਜਾਣਦਾ ਹੋਵੇ, ਜਾਂ ਉਹਦੇ ਕੋਲ ਸਾਡਾ ਨੰਬਰ ਨਾ ਹੋਵੇ। ਸ਼ਹਿਰ ਦੇ ਵਿੱਚ ਮੇਰਾ ਖਿਆਲ ਆ ਥੋੜ੍ਹੇ ਬੰਦੇ ਹੋਣਗੇ ਜਿਨ੍ਹਾਂ ਕੋਲ ਮੇਰਾ ਫੋਨ ਨੰਬਰ ਜਾਂ ਸਾਡੇ ਹੋਰ ਬੰਦਿਆਂ ਦਾ ਫੋਨ ਨੰਬਰ ਨਹੀਂ ਹੋਏਗਾ। ਉਹ ਸਾਡੇ ਨਾਲ ਜਦੋਂ ਮਰਜ਼ੀ ਜੁੜ ਸਕਦੇ ਨੇ, ਮੋਸਟ ਵੈਲਕਮ ਜੀ। ਸਾਡਾ ਪੂਰਾ ਟਰਾਂਸਪੇਰੈਂਟ ਕੰਮ ਹੈ ਤੇ ਅਸੀਂ ਉਹਨਾਂ ਦਾ ਜੋ ਵੀ ਹੈਗਾ ਤਿਲ ਫੁੱਲ ਲੋਕਾਂ ਲਈ ਲਾਉਣਾ ਹੁੰਦਾ ਅਸੀਂ ਲਾ ਦਿੰਦੇ ਆ। ਇਹ ਸਾਰੀ ਦੁਨੀਆ ਜਾਣਦੀ ਆ ਜੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਸਾਡੇ ਆਪਣਾ ਜਿੰਨਾ ਵੀ ਮੋਹਾਲੀ ਸ਼ਹਿਰ ਹੈਗਾ, ਸਾਰਿਆਂ ਨੂੰ ਸਾਡੇ ਕੰਮ ਬਾਰੇ ਪਤਾ। ਤੁਸੀਂ ਕਿਸੇ ਨੂੰ ਵੀ ਜਾ ਕੇ ਪੁੱਛ ਸਕਦੇ ਹੋ ਵੀ ਉਹ ਸੁਸਾਇਟੀ ਆ, ਉਹਨਾਂ ਦੇ ਫਲਾਣੇ ਬੰਦੇ ਨੇ, ਉਹਨਾਂ ਬਾਰੇ ਤੁਹਾਡੀ ਕੀ ਰਾਏ ਆ। ਤੁਸੀਂ 10 ਬੰਦਿਆਂ ਨੂੰ ਪੁੱਛੋਗੇ ਤਾਂ ਮੇਰਾ ਖਿਆਲ ਹੈ ਵੀ 9 ਬੰਦੇ ਤੁਹਾਨੂੰ ਪੋਜ਼ਿਟਿਵ ਹੀ ਕਹਿਣਗੇ ਸੁਸਾਇਟੀ ਬਾਰੇ ਤੇ ਸਾਡੇ ਬਾਰੇ ਜੀ। ਬਿਲਕੁਲ। ਤੇ ਸਰ ਇੱਕ ਵਾਰੀ ਤੁਸੀਂ ਜਿਹੜਾ ਹੁਣ ਬਲੱਡ ਡੋਨੇਸ਼ਨ ਕੈਂਪ ਲਗਾਉਣ ਜਾ ਰਹੇ ਹੋ, ਉਹਦੀ ਡੇਟ ਤੇ ਥਾਂ ਜਿਹੜੀ ਹੈ ਇੱਕ ਵਾਰੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਸਭ ਤੋਂ ਜ਼ਰੂਰੀ ਹੈ। 5 ਜੂਨ ਦਿਨ ਸ਼ਨੀਵਾਰ, ਸੈਕਟਰ 69 ਗੁਰਦੁਆਰਾ ਸਾਹਿਬ ਦੇ ਨਾਲ ਇੱਕ ਖਾਲੀ ਜਗ੍ਹਾ ਪਈ ਆ, ਉਹ ਅਸੀਂ ਤਿਆਰ ਕਰਵਾ ਲਈ ਆ। ਸਾਡੇ ਵਲੰਟੀਅਰ ਅੱਜ ਵੀ ਉੱਥੇ ਸਫਾਈ ਵਗੈਰਾ ਕਰਕੇ ਆਏ ਨੇ। ਉਹਦੇ ਲਈ ਮੇਰੇ ਸਾਰੇ ਜਿਹੜੇ ਵਲੰਟੀਅਰਲੀ ਡੋਨਰ ਨੇ, ਬਲੱਡ ਡੋਨੇਟ ਕਰਦੇ ਰਹਿੰਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਅਪੀਲ ਹੈ, ਸਪੈਸ਼ਲੀ
ਯੰਗ ਨੂੰ, ਕਿਉਂਕਿ ਪੀਜੀਆਈ ਦੀ ਬਕਾਇਦਾ ਉਹਨਾਂ ਨੇ ਸਾਨੂੰ ਨਾ ਜੋ ਚਿੱਠੀ ਲਿਖੀ, ਉਹ 'ਚ ਲਿਖਿਆ ਵੀ ਯੰਗਸਟ ਦਾ ਬਲੱਡ ਸਾਨੂੰ ਮਤਲਬ ਹੋਵੇ ਤਾਂ ਕਿ ਉਹ ਨਾਲ ਦੀ ਨਾਲ ਅੱਗੇ ਜਾ ਕੇ ਕੰਮ ਆ ਜਾਵੇ। ਵੀ ਉਹ ਉੱਥੇ ਪਹੁੰਚੇ 9:30 ਤੋਂ ਲੈ ਕੇ 2 ਵਜੇ ਤੱਕ ਕੈਂਪ ਹੈ ਅਤੇ ਉੱਥੇ ਆਪਣਾ ਡੋਨੇਟ ਕਰੇ। ਕਿਸੇ ਕਿਸਮ ਦਾ ਉਹਨੂੰ ਘਬਰਾਉਣਾ ਨਹੀਂ ਚਾਹੀਦਾ। ਸਾਰਾ ਪ੍ਰੋਟੋਕੋਲ ਕੋਵਿਡ ਵਗੈਰਾ ਦੇ ਸਾਡੀ ਇੱਕ ਪ੍ਰੋਟੋਕੋਲ ਨੂੰ ਅਰੇਂਜ ਕਰਨ ਲਈ, ਦੇਖ ਰੇਖ ਕਰਨ ਲਈ ਅਸੀਂ ਇੱਕ ਵੱਖਰੀ ਟੀਮ ਬਣਾਈ ਹੋਈ ਹੈ ਸਾਡੇ 5 ਨੌਜਵਾਨਾਂ ਦੀ, ਜਿਹੜੇ ਇਹੀ ਵਾਚ ਕਰਨਗੇ ਵੀ ਕਿਤੇ ਪ੍ਰੋਟੋਕੋਲ ਦੀ ਉਲੰਘਣਾ ਤਾਂ ਨਹੀਂ ਹੋ ਰਹੀ, ਕੋਈ ਬਿਨਾਂ ਮਾਸਕ ਤੇ ਨਹੀਂ ਘੁੰਮ ਰਿਹਾ, ਕੋਈ ਬਿਨਾਂ ਸੈਨੀਟਾਈਜ਼ ਕੀਤੇ ਕੋਈ ਬਲੱਡ ਦੇਣ ਦਾ ਜਾਂ ਕੁਛ ਕਰ ਰਿਹਾ। ਇਸ ਲਈ ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਬੇਝਿਜਕ ਹੋ ਕੇ 9:30 ਤੋਂ 2 ਵਜੇ ਦੇ ਵਿੱਚ ਆ ਕੇ ਸਾਡੇ ਕੋਲੇ ਉਹ ਬਲੱਡ ਡੋਨੇਟ ਕਰਕੇ ਸੇਵਾ ਕਰ ਸਕਦੇ ਨੇ। ਕਰੋਨਾ ਕਾਲ ਹੈ, ਬਹੁਤ ਜ਼ਰੂਰੀ ਹੈ, ਕਿਉਂਕਿ ਲੋਕ ਹਸਪਤਾਲਾਂ 'ਚ ਜਾ ਕੇ ਬਲੱਡ ਡੋਨੇਟ ਕਰਨ ਤੋਂ ਗਰੇਜ ਕਰ ਰਹੇ ਨੇ। ਨਾ ਤਾਂ ਕੋਈ ਪੀਜੀਆਈ ਜਾ ਕੇ ਕਰਦਾ, ਨਾ ਕਿਸੇ ਹੋਰ ਪਾਸੇ ਕਰਦਾ, ਨਾ ਕੈਂਪ ਲੱਗ ਰਹੇ ਨੇ। ਇਸ ਕਰਕੇ ਅਸੀਂ ਇਹ ਇੱਕ ਵੱਖਰੀ ਕਿਸਮ ਦਾ ਕੈਂਪ ਲਾ ਰਹੇ ਹਾਂ ਜਿੱਥੇ ਪ੍ਰੋਟੋਕੋਲ ਜਿਹੜਾ ਕੋਵਿਡ ਵਾਲਾ ਹੈਗਾ ਉਹਨੂੰ ਮੈਕਸੀਮਮ ਫੋਲੋ ਕੀਤਾ ਜਾਊਗਾ। ਜੀ, ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਉੱਥੇ ਆ ਕੇ ਬਲੱਡ ਡੋਨੇਟ ਕਰੋ। ਸੋ ਜੀ, ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ, ਕਿਉਂਕਿ ਆਪਣੇ ਨਿੱਜੀ ਕੰਮਾਂ ਦੇ ਲਈ ਤਾਂ ਜਿਹੜੇ ਨਿੱਜੀ ਕੰਮ ਨੇ ਉਹ ਹਰ ਇਨਸਾਨ ਕਰ ਲੈਂਦਾ ਹੈ, ਪਰ ਦੂਜੇ ਦੇ ਕੰਮ ਆਉਣਾ, ਦੂਜੇ ਦੇ ਕੰਮ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਹਾਂਜੀ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਪ੍ਰੋਗਰਾਮ ਬਹੁਤ ਤੁਹਾਡਾ ਵੀ, ਸਾਰਿਆਂ ਦਾ, ਘੈਂਟ ਪੰਜਾਬ ਟੀਮ ਦਾ ਜੀ, ਸਾਰਿਆਂ ਦਾ ਬਹੁਤ ਹੀ ਜੀ ਸ਼ੁਕਰੀਆ। ਕੈਂਟ ਪੰਜਾਬ।